सूरज दा चरखड़ा रुत्तां कड्ढण तंद पंजाब दी धरती ते विशाल सभ्याचार दी सिरजना हुई है। इत्थों दे लोक जीवन की प्रकृति रंगीली रसीली अते सूरम गति वाली है। किरत करना, रल मिल के खाना पीना, ज्ञान प्राप्ति लई यतनशील रहना अते मौज मस्ती लई रंग बिरंगे मौके पैदा कर लैने पंजाबी रहतल दे सुभावक गुण ने। किसी किस्म दे भिन्न भेद वखरेवें अते वितकरे तो उपर उठ के हर मौसम हर रुत विच अपने रुझेवियां दे अंग संग रहंदियां होइयां कई प्रकार दे मनोरंजन दे साधन ਅਤੇ कई प्रकार के कित्तियां जां आहरां नूं सिरज लैना भी इन्हां पंजाबियां दा आदकालीनी शौक ਅਤੇ रुझेवां भी रहा। पंजाबणां दा तरिंजण भी एक अजिहा ही लोक मनोरंजन के साधना जिहा साधन ਅਤੇ विशेष रूप विच बुनियादी आहर जां काम धंधा गिणिया गया है। तरिंजण विच पंजाबणां दी रूह कूकदी है ते उन्हां द्वारा कत्ते गए सूत नाल पंजाबियां दी आर्थिकता दी झूल मजबूत हुंदी है। तरिंजण मनोरंजन का मार्मिक अवसर भी है ਅਤੇ कुल्ली गुल्ली जुल्ली जहियां बुनियादी लोड़ां दी पूर्ति का एक माध्यम भी है जिसका निरोल रूप विच इस्त्री जाति नाल ही संबंध रहा है। तां ही तां एक मां अपनी धी नूं संबोधन हुई कह रही है। मां दे समझाउण ते धी सुचेत हो जाती है ਅਤੇ ਇਹ ਗੱਲ पक्की तरह धारण कर लैंदी है कि सहुरे घर उसके कत्ते होए दी ही चंगी पछाण होनी है ते इसे ही करम ने उसनूं सहुरे घर विच ढोई प्रदान करनी है। ਉਹ समझ जाती है कि चरखा ਅਤੇ उसकी जीवन चाल कोई दो ਵੱਖੋ ਵੱਖਰੀਆਂ चीज़ां नहीं। ਉਹ किसी जाणू तरखान नूं चरखा घड़न वास्ते कहंदी होई मन ही मन कई होर जज्बात भी सांझे कर जाती है। चरखा खूब कड़ी तरखाना कुड़ियां सारे तुर जाना तकला खूब कड़ी में लोहारा जेड़ा तंद कटे गज सारा जद मैं चरखा ढाके बैठी मेरे चरखे दी माल करनाई मेरे चरखे दी माल करनाई मेरे सारिया तो आगे अनाई मेरे सारिया तो
ਮੁਟਿਆਰਾਂ ਦੁਆਰਾ ਚਰਖੇ ਢਾਹ ਕੇ ਕੱਤਣ ਨਾਲ ਹੀ ਤਰਿੰਜਣ ਨਹੀਂ ਬਣ ਜਾਂਦਾ। ਤਰਿੰਜਣ ਦਾ ਦ੍ਰਿਸ਼ ਕੁੜੀਆਂ ਦੇ ਸਮੂਹ ਦੁਆਰਾ ਚਰਖੇ ਢਾਹ ਕੇ ਹੀ ਸਿਰਜਿਆ ਜਾ ਸਕਦਾ ਹੈ। ਤਰਿੰਜਣ ਸਜਾਉਣ ਵਾਸਤੇ ਗਲੀ ਮੁਹੱਲੇ ਜਾਂ ਭਾਈਚਾਰੇ ਦੀਆਂ ਕੁਆਰੀਆਂ ਕੁੜੀਆਂ, ਮੁਟਿਆਰਾਂ, ਅਧਖੜ ਜਾਂ ਵਡੇਰੀ ਉਮਰ ਦੀਆਂ ਔਰਤਾਂ, ਗੱਲ ਕੀ ਧੀਆਂ, ਭੈਣਾਂ, ਭਰਜਾਈਆਂ, ਚਾਚੀਆਂ, ਤਾਈਆਂ ਆਦਿ ਜਿਨ੍ਹਾਂ ਦੀ ਗਿਣਤੀ ਸੀਮਾ ਵਿੱਚ ਨਹੀਂ ਰੱਖੀ ਜਾ ਸਕਦੀ, ਸਭੇ ਹੀ ਆ ਸਕਦੀਆਂ ਨੇ। ਪਰ ਵੇਖਣ ਵਾਲੀ ਗੱਲ ਇਹ ਹੁੰਦੀ ਹੈ ਕਿ ਜਿਸ ਸਾਂਝੇ ਜਿਹੇ ਘਰ ਵਿੱਚ ਤਰਿੰਜਣ ਸਜਾਣਾ ਹੁੰਦਾ ਹੈ, ਉਸ ਘਰ ਦਾ ਕੋਈ ਵਿਹੜਾ, ਕਮਰਾ ਜਾਂ ਢਾਰੇ ਜਾਂ ਕੋਠੇ ਦੀ ਛੱਤ ਓਨੀ ਕੁ ਮੋਕਲੀ ਹੈ ਕਿ ਨਹੀਂ, ਜਿੰਨੀ ਕਿ ਚਰਖੇ ਵਾਲੀਆਂ ਨੂੰ ਖੁੱਲੀ ਜਗ੍ਹਾ ਚਾਹੀਦੀ ਹੁੰਦੀ ਹੈ, ਤਾਂ ਜੋ ਕੱਤਦੀਆਂ ਨੂੰ ਕੋਈ ਔਖ ਨਾ ਹੋਏ। ਜੇਕਰ ਕਿਸੇ ਮੁਟਿਆਰ ਦਾ ਚਰਖਾ ਭਾਰਾ ਚੱਲੇ ਤਾਂ ਉਹ ਇਹ ਆਖਣੋਂ ਗੁਰੇਜ਼ ਨਹੀਂ ਕਰਦੀ। ਪਰੰਤੂ ਇਸ ਮੁਟਿਆਰ ਦੀ ਅਸਲ ਸਥਿਤੀ ਨੂੰ ਸਮਝਦੀਆਂ ਹੋਈਆਂ ਹੋਰ ਮੁਟਿਆਰਾਂ ਇਹ ਕਹਿ ਕੇ ਉਸ ਨੂੰ ਮੁੜ ਕੱਤਣ ਲਈ ਉਕਸਾਉਂਦੀਆਂ ਨੇ। ਜਿਹੜੀ ਨਾਰ ਦਾ ਚਰਖਾ ਹੌਲਾ ਚੱਲਦਾ ਹੈ, ਉਹ ਕਾਰੀਗਰ ਨੂੰ ਵਧਾਈ ਦੇਣ ਵਿੱਚ ਵੀ ਦੇਰ ਨਹੀਂ ਲਾਉਂਦੀ। ਕਾਰੀਗਰ ਨੂੰ ਦੇਣੀ ਵਧਾਈ ਜਿਹਨੇ ਰੰਗੜਾ ਚਰਖਾ ਬਣਾਇਆ, ਕਾਰੀਗਰ ਨੂੰ ਦੇਣੀ ਵਧਾਈ ਜਿਹਨੇ ਰੰਗੜਾ ਚਰਖਾ ਬਣਾਇਆ। ਬਈ ਵਿੱਚ ਵਿੱਚ ਮੇਖਾਂ ਲਾਈਆਂ ਸੁਨਹਿਰੀ, ਵਿੱਚ ਵਿੱਚ ਮੇਖਾਂ ਲਾਈਆਂ ਸੁਨਹਿਰੀ, ਹੀੜਿਆਂ ਜੜ ਤੇ ਜੜਾਇਆ। ਬਈ ਬੀੜੀ ਦੇ ਨਾਲ ਖਾਏ ਦਮਕੜਾ, ਮਿਲੇ ਹਾਨਣੇ। ਬੀੜੀ ਦੇ ਨਾਲ ਖਾਏ ਦਮਕੜਾ, ਤਕਲਾ ਫਿਰੇ ਸਵਾਇਆ। ਕਤਲੇ ਨੀ ਕੁੜੀਏ ਤੇਰਾ ਵਿਆਹ ਅਸੂ ਦਾ ਆਇਆ, ਕਤਲੇ ਨੀ ਕੁੜੀਏ ਤੇਰਾ ਵਿਆਹ ਅਸੂ ਦਾ ਆਇਆ, ਕਤਲੇ ਨੀ ਕੁੜੀਏ ਤੇਰਾ ਵਿਆਹ ਅਸੂ ਦਾ ਆਇਆ, ਕਤਲੇ ਨੀ ਕੁੜੀਏ। ਤਰਿੰਜਣ ਵਿੱਚ ਜਾ ਕੇ ਕੱਤਣ ਵਾਸਤੇ ਸੁੰਦਰ, ਰੰਗੀਨ ਅਤੇ ਚੰਗੀ ਲੱਕੜ ਦੇ ਬਣੇ ਹੋਏ ਚਰਖੇ ਦੀ ਚਾਹਤ ਤਾਂ ਹਰੇਕ ਨਾਰੀ ਦੇ ਵਿੱਚ ਸਮੋਈ ਹੋਈ ਹੁੰਦੀ ਏ, ਕਿਉਂਕਿ ਇੱਥੇ ਚਰਖੇ ਦੀ ਕੂਕਰ ਨੇ ਉਹਨਾਂ ਦੇ ਦਿਲ ਦੀ ਹੂਕ ਬਣਨਾ ਹੁੰਦਾ ਹੈ। ਪੂਣੀਆਂ ਨੇ ਉਹਨਾਂ ਦਾ ਆਹਰ ਪਾਹਰ ਅਤੇ ਛਲੀਆਂ ਨੇ ਉਸ ਦੇ ਪਰਿਵਾਰਿਕ ਪਿਆਰ ਦੀਆਂ ਤੰਦਾਂ ਦਾ ਤਾਣਾ ਬਾਣਾ। ਇਸੇ ਕਰਕੇ ਉਹ ਤਰਖਾਣ ਨੂੰ ਅਰਜ਼ ਕਰਦੀ ਹੈ। ਆਈ ਸਾਵਲਿਆ ਤਰਖਾਣਾ, ਮੇਰੀ ਚਰਖੀ ਨੂੰ ਖੂਬ ਸਜਾਣਾ। ਨੀ ਸਹੇਲਿਓ ਮੈਂ ਤੁਰ ਚੱਲੀ, ਮੇਰੀ ਦਾਦੀ ਨਾ ਰੋਵੇ ਕੱਲੀ।
ਤ੍ਰਿੰਜਣ ਵਿੱਚ ਕੱਤਣਾ ਨਾਰੀ ਜਾਤੀ ਦੇ ਗੌਰਵ ਅਤੇ ਉਸਦੀ ਸੋਹਜ ਸਿਆਣਪ ਦਾ ਪ੍ਰਤੀਮਾਨ ਸਥਾਪਿਤ ਕਰਨ ਵਾਲਾ ਅਵਸਰ ਮੰਨਿਆ ਜਾਂਦਾ ਰਿਹਾ ਹੈ। ਚੰਗਾ ਕੱਤਣਾ ਵਡਿਆਈ ਅਤੇ ਸ਼ੋਭਾ ਦਾ ਪ੍ਰਤੀਕ ਵੀ ਮੰਨਿਆ ਜਾਂਦਾ ਰਿਹਾ ਹੈ। ਤਾਂ ਹੀ ਤਾਂ ਮੁਟਿਆਰਾਂ ਰਲ ਕੇ ਬੈਠ ਕੇ ਇੱਕ ਦੂਜੀ ਤੋਂ ਵੱਧ ਕੱਤਣ ਲਈ ਹੱਥੀਂ ਪੂਣੀਆਂ ਫੜ ਕੇ ਅਤੇ ਢਾਕੇ ਚਰਖਾ ਮਾਰ ਕੇ ਮਿੱਥੀ ਹੋਈ ਸਾਂਝੀ ਥਾਂ ਤੇ ਜਾ ਤ੍ਰਿੰਜਣ ਸਜਾਉਂਦੀਆਂ ਨੇ। ਹੱਥ ਪੂਣੀਆਂ ਟਾਕ ਤੇ ਚਰਖਾ ਲੰਮੀ ਪੀਲੀ ਕੱਤਣ ਚੱਲੀ ਹੱਥ ਪੂਣੀਆਂ ਟਾਕ ਤੇ ਚਰਖਾ ਲੰਮੀ ਪੀਲੀ ਕੱਤਣ ਚੱਲੀ ਹੱਥ ਪੂਣੀਆਂ ਟਾਕ ਤੇ ਚਰਖਾ ਲੰਮੀ ਪੀਲੀ ਕੱਤਣ ਚੱਲੀ। ਤ੍ਰਿੰਜਣ ਸਜਾਉਣ ਦਾ ਸਮਾਂ ਕੋਈ ਵੀ ਨਿਰਧਾਰਿਤ ਕਰ ਲਿਆ ਜਾਂਦਾ ਹੈ, ਪਰੰਤੂ ਇਹ ਖਿਆਲ ਰੱਖਿਆ ਜਾਂਦਾ ਹੈ ਕਿ ਉਸ ਸਮੇਂ ਉਹਨਾਂ ਮੁਟਿਆਰਾਂ ਜਾਂ ਧੀਆਂ ਭੈਣਾਂ ਨੂੰ ਘਰ ਦਾ ਕੋਈ ਹੋਰ ਜ਼ਰੂਰੀ ਕੰਮ ਨਾ ਹੋਵੇ। ਵਧੇਰੇ ਗਰਮੀ ਅਤੇ ਵਧੇਰੇ ਸਰਦੀ ਦੀ ਰੁੱਤ ਵਿੱਚ ਦੁਪਹਿਰ ਵੇਲੇ ਬੈਠ ਕੇ ਕੱਤਣ ਨਾਲੋਂ ਗੁਲਾਬੀ ਗਰਮੀ ਜਾਂ ਸਰਦੀ ਦੇ ਦਿਨਾਂ ਜਾਂ ਰਾਤਾਂ ਨੂੰ ਤ੍ਰਿੰਜਣ ਸਜਾਉਣ ਵਾਸਤੇ ਵਧੇਰੇ ਚੁਣਿਆ ਜਾਂਦਾ ਹੈ। ਚਾਨਣੀਆਂ ਰਾਤਾਂ ਹੋਣ, ਨਾ ਗਰਮੀ ਲੱਗੇ ਨਾ ਸਰਦੀ ਪੋਹੇ, ਇਹੋ ਜਿਹੇ ਮੌਸਮ ਅਤੇ ਰੁੱਤ ਨੂੰ ਹੀ ਤਾਂ ਤ੍ਰਿੰਜਣ ਦੀ ਰੁੱਤ ਜਾਂ ਮੌਸਮ ਦਾ ਨਾਮ ਦਿੱਤਾ ਜਾਂਦਾ ਹੈ, ਜਿਸ ਵਿੱਚ ਬੈਠੀਆਂ ਕੱਤ ਦੀਆਂ ਸੁਆਣੀਆਂ ਮਾਈਆਂ ਬੁੱਢੀਆਂ ਸਭ ਅਲੜ ਮੁਟਿਆਰਾਂ ਹੀ ਜਾਪਣ ਲੱਗਦੀਆਂ ਨੇ ਅਤੇ ਵੰਨ ਸਵੰਨੀਆਂ ਬੋਲੀਆਂ ਟੱਪਿਆਂ ਨਾਲ ਆਲੇ ਦੁਆਲੇ ਦੇ ਵਾਤਾਵਰਣ ਨੂੰ ਵੀ ਮੰਤਰ ਮੁਗਧ ਕਰ ਦਿੰਦੀਆਂ ਨੇ। ਕੁੜੀਆਂ ਚਿੜੀਆਂ ਹੋਈਆਂ ਇਕੱਠੀਆਂ ਸਭ ਤੋਂ ਚੜ੍ਹਦੀ ਨੂਰੀ ਬਈ ਆਪੋ ਵਿੱਚ ਦੀ ਗੱਲਾਂ ਕਰਦੀਆਂ ਆਪੋ ਵਿੱਚ ਦੀ ਗੱਲਾਂ ਕਰਦੀਆਂ ਹੁੰਦੀਆਂ ਘੂਰਮ ਘੂਰੀ ਬਈ ਉਮਰੀ ਬਾਜੋਂ ਤ੍ਰਿੰਜਣ ਨੀ ਸਜਦਾ ਉਮਰੀ ਬਾਜੋਂ ਤ੍ਰਿੰਜਣ ਨੀ ਸਜਦਾ ਆਉ ਤਾਂ ਪੈ ਜੋ ਪੂਰੀ ਬਈ ਰਾਣੀ ਕੁੜੀ ਨੂੰ ਸੱਦਾ ਭੇਜੋ ਬਈ ਰਾਣੀ ਕੁੜੀ ਨੂੰ ਸੱਦਾ ਭੇਜੋ ਕਰਮਾਂ ਵਾਲਿਓ ਰਾਣੀ ਕੁੜੀ ਨੂੰ ਸੱਦਾ ਭੇਜੋ ਨਿਤ ਮਰਦੀ ਕਸਤੂਰੀ ਬਈ ਪੰਜ ਸਿਰ ਮੱਠੀਆਂ ਖਾ ਗਈ ਹੁਕਮੀ ਪੰਜ ਸਿਰ ਮੱਠੀਆਂ ਖਾ ਗਈ ਹੁਕਮੀ ਕਰੇ ਨਾ ਸਬਰ ਸਬੂਰੀ ਬਈ ਬਾਂਦਰ ਵਾਂਗੂ ਟੱਪਦੀ ਮਾਲਣ ਬਾਂਦਰ ਵਾਂਗੂ ਟੱਪਦੀ ਮਾਲਣ ਖਾਣ ਨੂੰ ਮੰਗਦੀ ਚੂਰੀ ਲੱਛ ਕੁੜੀ ਆਈ ਨਹੀਂ ਤ੍ਰਿੰਜਣ ਚ ਪੈਂਦੀ ਨਾ ਪੂਰੀ ਲੱਛ ਕੁੜੀ ਆਈ ਨਹੀਂ ਤ੍ਰਿੰਜਣ ਚ ਪੈਂਦੀ ਨਾ ਪੂਰੀ ਲੱਛ ਕੁੜੀ ਆਈ ਨਹੀਂ ਤ੍ਰਿੰਜਣ ਚ ਪੈਂਦੀ ਨਾ ਪੂਰੀ ਲੱਛ ਕੁੜੀ ਆਈ ਨਹੀਂ। ਤ੍ਰਿੰਜਣ 'ਚ ਬੈਠੀਆਂ ਨੂੰਹਾਂ ਧੀਆਂ ਵੱਡ ਵਡੇਰੀਆਂ ਆਪਣੇ ਆਪਣੇ ਹਾਵਾਂ ਭਾਵਾਂ ਆਪ ਹੰਡਾਏ ਸੰਤਾਪਾਂ ਖੁਸ਼ੀਆਂ ਗਮੀਆਂ ਅਤੇ ਖੇੜਿਆਂ ਨੂੰ ਸਹਿਜ ਰੂਪ ਵਿੱਚ ਹੀ ਸਾਂਝਾ ਕਰ ਬੈਠਦੀਆਂ ਨੇ ਅਤੇ ਆਪਣੇ ਭਾਵਾਂ ਦਾ ਪ੍ਰਗਟਾਵਾ ਆਪਣੇ ਅਗੰਮੀ ਬੋਲਾਂ ਰਾਹੀਂ ਕਰਦੀਆਂ ਜਾਂਦੀਆਂ ਨੇ ਤੇ ਨਾਲੋਂ ਨਾਲ ਕੱਤਦੀਆਂ ਰਹਿੰਦੀਆਂ ਨੇ। ਪਹਿਲੀ ਵਾਰ ਮੈਂ ਆਈ ਮੁਕਲਾਵੇ ਪਾ ਕੇ ਸੁਨਹਿਰੀ ਬਾਣਾ ਪਹਿਲੀ ਵਾਰ ਮੈਂ ਆਈ ਮੁਕਲਾਵੇ ਪਾ ਕੇ ਸੁਨਹਿਰੀ ਬਾਣਾ ਬਈ ਮਾਲਕ ਮੇਰਾ ਕਾਲਾ ਕਲੂਟਾ ਬਈ ਮਾਲਕ ਮੇਰਾ ਕਾਲਾ ਕਲੂਟਾ ਅੱਖੋਂ ਹੈਗਾ ਕਾਣਾ ਛੋਟੇ ਕਰਮ ਤਾਂ ਹੋ ਗਏ ਮੇਰੇ ਵੇਖੋ ਰੱਬ ਦਾ ਬਾਣਾ ਇੱਥੇ ਨਹੀਂ ਰਹਿਣਾ ਮੈਂ ਪੇਕੇ ਤੁਰ ਜਾਣਾ ਇੱਥੇ ਨਹੀਂ ਰਹਿਣਾ ਮੈਂ ਪੇਕੇ ਤੁਰ ਜਾਣਾ ਇੱਥੇ ਨਹੀਂ ਰਹਿਣਾ ਮੈਂ ਪੇਕੇ ਤੁਰ ਜਾਣਾ ਇੱਥੇ ਨਹੀਂ ਰਹਿਣਾ। ਸਾਉਣ ਦੇ ਮਹੀਨੇ ਜਦੋਂ ਬਾਹਰ ਬੂੰਦਾਬਾਂਦੀ ਹੋ ਰਹੀ ਹੋਵੇ, ਹੋਰ ਕੰਮ ਰੁਝੇਵੇਂ ਨਾ ਹੋਣ ਤਾਂ ਕਿਸੇ ਸੱਭਿਅਕ ਘਰ ਦਾ ਖੁੱਲਾ ਪਸਾਰ ਤ੍ਰਿੰਜਣ ਦਾ ਗੜ ਬਣ ਜਾਂਦਾ ਹੈ। ਅਸਲ ਵਿੱਚ ਬਰਸਾਤੀ ਦਿਨ ਕੱਤਣ ਦੇ ਵਧੀਆ ਦਿਨ ਗਿਣੇ ਜਾਂਦੇ ਨੇ, ਕਿਉਂਕਿ ਸਿਲ ਕਰਕੇ ਪੂਣੀਆਂ ਚੋਂ ਰੂਣ ਨਹੀਂ ਉੱਡਦਾ, ਸਗੋਂ ਬਜਵੇਂ ਰੂਪ ਵਿੱਚ ਬਰੀਕ ਤੰਦ ਕੱਢਣ ਲਈ ਸਹਾਈ ਹੋ ਜਾਂਦਾ ਹੈ ਅਤੇ ਤ੍ਰਿੰਜਣ ਵਿੱਚ ਕੱਤਣ ਵਾਲੀਆਂ ਦੀ ਕੱਤਣ ਸਮਰੱਥਾ ਨੂੰ ਵਧਾ ਦਿੰਦਾ ਹੈ। ਚੰਗਾ ਕੱਤਣ ਵਾਲੀ ਦੀ ਸਿਫਤ ਹੁੰਦੀ ਹੈ ਤੇ ਇਸ ਸਿਫਤ ਨੂੰ ਉਹ ਸਵੀਕਾਰ ਕਰਦੀ ਹੋਈ ਫੁੱਲੀ ਨਹੀਂ ਸਮਾਉਂਦੀ। ਦੂਜੇ ਪਾਸੇ ਜਦੋਂ ਕਿਸੇ ਕੋਲੋਂ ਕੱਤਿਆ ਹੀ ਨਹੀਂ ਜਾਂਦਾ ਤਾਂ ਪਛਾਣ ਕਰਨ ਵਾਲੀਆਂ ਸਮਝ ਜਾਂਦੀਆਂ ਨੇ ਕਿ ਕੀ ਇਹ ਸੁਭਾਵਕ ਹੀ ਚਰਖੇ ਦਾ ਨੁਕਸ ਹੈ ਜਾਂ ਦਿਲ ਹੀ ਕਿਸੇ ਦਿਲਜਾਨੀ ਦੀ ਯਾਦ ਵਿੱਚ ਗੁਆਚਿਆ ਹੋਇਆ ਹੈ। ਅਜਿਹੀ ਦਸ਼ਾ ਨੂੰ ਭਾਂਪਦੀ ਹੋਈ ਉਸਦੀ ਕਿਸੇ ਸਖੀ ਸਹੇਲੀ ਨੂੰ ਉਹ ਮੁਟਿਆਰ ਪ੍ਰੇਮ ਵਿਗੁੱਤੀ ਸੱਸੀ ਹੀ ਜਾਪਣ ਲੱਗਦੀ ਏ ਤੇ ਉਸਦੀ ਮਾਂ ਆਪਣੀ ਧੀ ਸੱਸੀ ਨੂੰ ਕੁਝ ਕਹਿ ਰਹੀ ਪ੍ਰਤੀਤ ਹੁੰਦੀ ਏ। ਸੱਸੀ ਪੁੰਨੂ ਦੋ ਜਣੇ ਕੋਈ ਮੁਖ ਪਰ ਜਰਦ ਰੁਮਾਲ ਵੇ
ਤ੍ਰਿੰਜਣ 'ਚ ਕੱਤਣਾ ਸਧਾਰਨ ਕੱਤਣ ਨਾਲੋਂ ਭਿੰਨ ਹੁੰਦਾ ਹੈ। ਤ੍ਰਿੰਜਣ 'ਚ ਕੱਤਣ ਵਾਲੀ ਕੁੜੀ ਕੱਤਣ ਵਿੱਚ ਮੁਹਾਰਤ ਰੱਖਣ ਵਾਲੀ, ਚਤੁਰ ਸਿਆਣੀ ਅਤੇ ਸਾਫ਼ ਸੁਥਰੇ ਹੱਥੀਂ ਕਾਰਜਸ਼ੀਲਤਾ ਦੀ ਧਾਰਨੀ ਚੰਗੀ ਕਾਤੀ ਸਮਝੀ ਜਾਂਦੀ ਹੈ। ਇੱਥੇ ਤ੍ਰਿੰਜਣ ਵਿੱਚ ਕੱਤਣਾ ਇੱਕ ਕਿਸਮ ਦਾ ਮੁਕਾਬਲਾ ਵੀ ਹੁੰਦਾ ਹੈ। ਗੋੜੇ ਧਰੇ ਜਾਂਦੇ ਨੇ, ਛੋਪੇ ਪਾਏ ਜਾਂਦੇ ਨੇ। ਹਿੱਸੇ ਆਉਂਦੀਆਂ ਇੱਕੋ ਜਿਹੀਆਂ ਪੂਣੀਆਂ ਕਿਸੇ ਸਿਆਣੀ ਸੁਆਣੀ ਵੱਲੋਂ ਇੱਕਸਾਰ ਸਭਨਾਂ ਵਾਸਤੇ ਰੱਖੀਆਂ ਜਾਂਦੀਆਂ ਨੇ, ਜਿਨ੍ਹਾਂ ਨੂੰ ਇਹਨਾਂ ਮੁਟਿਆਰਾਂ ਨਾਰਾਂ ਨੇ ਇੱਕੋ ਜਿਹੇ ਰੂਪ ਵਿੱਚ ਕੱਤਣਾ ਹੁੰਦਾ ਹੈ। ਜੋ ਮੋਟਾ ਕੱਤੇਗੀ ਉਹ ਵੀ ਨਿਕੰਮੀ, ਜੋ ਤੰਦ ਤੋੜੇਗੀ ਉਹ ਵੀ ਨਿਕੰਮੀ, ਜੋ ਆਪਣੀਆਂ ਪੂਣੀਆਂ ਕੱਤ ਕੇ ਮੁਕਾ ਦੇਣ ਤੋਂ ਰਹਿ ਜਾਏਗੀ ਉਹ ਵੀ ਨਿਕੰਮੀ ਗਿਣੀ ਜਾਏਗੀ। ਇਸ ਤਰ੍ਹਾਂ ਤ੍ਰਿੰਜਣ ਜਿੱਥੇ ਇੱਕ ਮਨਮੋਹਕ ਮਨੋਰੰਜਨ ਦਾ ਸਾਧਨ ਵੀ ਬਣਦਾ ਹੈ, ਉੱਥੇ ਰਲ ਬੈਠੀਆਂ ਕੁੜੀਆਂ, ਵਿਆਹੀਆਂ ਮੁਟਿਆਰਾਂ, ਸਿਆਣੀਆਂ ਅਤੇ ਬਜ਼ੁਰਗ ਔਰਤਾਂ ਦਾ ਇੱਕ ਮੁਕਾਬਲੇ ਵਾਲਾ ਕਾਰਜ ਖੇਤਰ ਵੀ ਹੋ ਨਿਬੜਦਾ ਹੈ। ਪਰ ਇਸ ਵਿੱਚ ਹਾਰਨ ਵਾਲੀਆਂ ਨੂੰ ਕੋਈ ਦੰਡ ਜਾਂ ਸਜ਼ਾ ਨਹੀਂ ਦਿੱਤੀ ਜਾਂਦੀ। ਸਿਰਫ ਮਖੌਲ ਠੱਠਾ, ਹਾਸਾ ਮਜ਼ਾਕ ਕਰਕੇ ਹੀ ਦਿਲ ਖੁਸ਼ ਕਰ ਲਿਆ ਜਾਂਦਾ ਹੈ। ਤ੍ਰਿੰਜਣ ਵਿੱਚ ਕੱਤਦੀਆਂ ਦਾ ਮਨ ਜਦੋਂ ਅੱਕ ਜਾਂਦਾ ਹੈ ਤਾਂ ਉਹ ਕੁਝ ਸਮੇਂ ਵਾਸਤੇ ਚਰਖਿਆਂ ਨੂੰ ਪਰਾਂ ਕਰਕੇ ਉਸੇ ਵਿਹੜੇ ਜਾਂ ਕਮਰੇ ਨੂੰ ਇੱਕ ਪਿੜ ਦਾ ਰੂਪ ਦੇ ਲੈਂਦੀਆਂ ਨੇ ਅਤੇ ਮਨ ਦੇ ਹੋਰ ਭਾਵ ਬੋਲੀਆਂ ਰਾਹੀਂ, ਗਿੱਧੇ ਦੇ ਰੂਪ ਰਾਹੀਂ ਸਾਕਾਰ ਕਰ ਦਿੰਦੀਆਂ ਨੇ। ਕੰਨ ਜਿਨ੍ਹਾਂ ਦੇ ਪਾਲੋ ਪਾਲੀ, ਖੇਤ ਜਿਨ੍ਹਾਂ ਦੇ ਨਿਆਈਆਂ। ਕੰਨ ਜਿਨ੍ਹਾਂ ਦੇ ਪਾਲੋ ਪਾਲੀ, ਖੇਤ ਜਿਨ੍ਹਾਂ ਦੇ ਨਿਆਈਆਂ। ਪੁੱਤ ਜਿਨ੍ਹਾਂ ਦੇ ਸਾਧੂ ਹੋ ਗਏ, ਸਿਰ ਤੇ ਜਟਾਂ ਰਖਾਈਆਂ। ਪੁੱਤ ਜਿਨ੍ਹਾਂ ਦੇ ਸਾਧੂ ਹੋ ਗਏ, ਸਿਰ ਤੇ ਜਟਾਂ ਰਖਾਈਆਂ। ਕਾਸਾ ਫੜ ਕੇ ਮੰਗਣ ਚੜ ਪਏ, ਨੀ ਮੇਰੀ ਆਨੜੋ। ਕਾਸਾ ਫੜ ਕੇ ਮੰਗਣ ਚੜ ਪਏ, ਖੈਰ ਪਾਉਣ ਨਾ ਮਾਈਆਂ। ਚਰਖਾ ਜੈ ਤੁਰਦਾ, ਗਿਣ ਗਿਣ ਵੇਖਾਂ ਲਾਈਆਂ। ਹੁਣ ਨਾ ਜਾਣਦੀਆਂ ਦਿਓਰਾਂ ਨੂੰ ਭਰਜਾਈਆਂ, ਹੁਣ ਨਾ ਜਾਣਦੀਆਂ ਦਿਓਰਾਂ ਨੂੰ ਭਰਜਾਈਆਂ, ਹੁਣ ਨਾ ਜਾਣਦੀਆਂ ਦਿਓਰਾਂ ਨੂੰ ਭਰਜਾਈਆਂ, ਹੁਣ ਨਾ ਜਾਣਦੀਆਂ। ਅਜਿਹੀ ਗੂੰਜ ਨੂੰ ਸੁਣ ਕੇ ਜਦੋਂ ਕੁਝ ਮਨ ਚਲੇ ਗੱਭਰੂ ਤ੍ਰਿੰਜਣ ਵਾਲੇ ਘਰ ਦੇ ਨਾਲ ਲੱਗਦੀ ਗਲੀ 'ਚ ਗੁਜ਼ਰਦੇ ਨੇ ਤਾਂ ਤ੍ਰਿੰਜਣ 'ਚ ਬੈਠੀਆਂ ਮੁਟਿਆਰਾਂ ਨੂੰ ਉਹਨਾਂ ਦੀ ਕੰਸੋ ਹੋ ਜਾਂਦੀ ਏ ਤਾਂ ਉਹ ਕਹਿ ਉੱਠਦੀਆਂ ਨੇ, ਬੱਲੇ ਬੱਲੇ ਬਈ ਪੂਣੀਆਂ ਮੈਂ ਤੈਨੇ ਕੱਤੀਆਂ। ਬੱਲੇ ਬੱਲੇ ਬਈ ਪੂਣੀਆਂ ਮੈਂ ਤੈਨੇ ਕੱਤੀਆਂ। ਤੇਰਾ ਚੰਦਰਿਆ ਚੌਥਾ ਗੇੜਾ, ਪੂਣੀਆਂ ਮੈਂ ਤੈਨੇ ਕੱਤੀਆਂ। ਤੇਰਾ ਚੰਦਰਿਆ ਚੌਥਾ ਗੇੜਾ, ਪੂਣੀਆਂ ਮੈਂ ਤੈਨੇ ਕੱਤੀਆਂ। ਨਾ ਵੇਖ ਵੇ ਬੇਸ਼ਰਮਾ ਵੀਰਾ, ਕਹਿਣਾ ਨੱਚਦੀਆਂ ਨੂੰ। ਨਾ ਵੇਖ ਵੇ ਬੇਸ਼ਰਮਾ ਵੀਰਾ, ਕਹਿਣਾ ਨੱਚਦੀਆਂ ਨੂੰ। ਤ੍ਰਿੰਜਣ ਦੇ ਲੋਕ ਗੀਤਾਂ ਦੀ ਕੋਈ ਸੀਮਾ ਨਹੀਂ। ਇੱਥੇ ਹਰ ਪ੍ਰਕਾਰ ਦੇ ਗੀਤ, ਲੋਕ ਗੀਤ ਗਾਏ ਜਾਂਦੇ ਨੇ। ਤ੍ਰਿੰਜਣ ਉਹ ਜਗ੍ਹਾ ਹੈ ਜਿੱਥੇ ਅਨੇਕ ਲੋਕ ਗੀਤਾਂ ਨੇ ਜਨਮ ਲਿਆ। ਸੋਲੜੇ, ਥਾਲ, ਲੋਰੀਆਂ, ਘੋੜੀਆਂ, ਸੁਹਾਗ, ਸਿੱਠਣੀਆਂ, ਛੰਦ ਵਗੈਰਾ ਸਭਨਾਂ ਦੀ ਨਰਸਰੀ ਤੇ ਟ੍ਰੇਨਿੰਗ ਸੈਂਟਰ ਇਹ ਤ੍ਰਿੰਜਣ ਹੀ ਹੁੰਦੇ ਨੇ। ਤ੍ਰਿੰਜਣ ਮਿਲ ਬੈਠਣ ਲਈ ਨੇ, ਤ੍ਰਿੰਜਣ ਕੱਤਣ ਲਈ ਨੇ, ਤ੍ਰਿੰਜਣ ਜੀਵਨ ਸਾਂਝ ਪਾਉਣ ਲਈ ਨੇ ਅਤੇ ਤ੍ਰਿੰਜਣ ਧੀਆਂ, ਭੈਣਾਂ, ਨੂੰਹਾਂ ਸੁਆਣੀਆਂ ਦੇ ਸੋਹਜ ਸਿਆਣਪ ਅਤੇ ਅਕੀਦੇ ਦਾ ਪ੍ਰਤੀਕ ਨੇ। ਤ੍ਰਿੰਜਣ ਵਿੱਚ ਬੈਠਣ ਵਾਲੀਆਂ ਦਾ ਮੁੜ ਅਗਲੇ ਵਰੇ ਉਸੇ ਰੂਪ ਵਿੱਚ ਬੈਠਣਾ ਸੰਭਵ ਨਹੀਂ ਹੁੰਦਾ। ਨਵੇਂ ਵਿਚਾਰ, ਨਵੇਂ ਮੁਹਾਂਦਰੇ ਆਉਂਦੇ ਜਾਂਦੇ ਰਹਿੰਦੇ ਨੇ। ਤ੍ਰਿੰਜਣਾਂ 'ਚ ਬੈਠੀਆਂ ਕੁੜੀਆਂ ਨੇ, ਤ੍ਰਿੰਜਣਾਂ 'ਚ ਬੈਠੀਆਂ ਕੁੜੀਆਂ ਨੇ। ਕੋਠੇ ਪਰ ਬੈਠੀਆਂ ਚਿੜੀਆਂ ਨੇ, ਕੋਠੇ ਪਰ ਬੈਠੀਆਂ ਚਿੜੀਆਂ ਨੇ। ਇਹਨਾਂ ਚਿੜੀਆਂ ਘਰੋਂ ਘਰ ਉੱਡ ਜਾਣਾ, ਚਿੜੀਆਂ
ਤ੍ਰਿੰਝਣ ਪੰਜਾਬੀ ਸੱਭਿਆਚਾਰ ਦਾ ਇੱਕ ਅਟੁੱਟ ਅੰਗ ਰਿਹਾ ਹੈ, ਪੰਜਾਬੀਅਤ ਦੀ ਪਛਾਣ ਰਿਹਾ ਹੈ। ਪਰ ਅਜੋਕੇ ਮਸ਼ੀਨੀ ਯੁੱਗ ਵਿੱਚ ਜਦੋਂ ਕਿ ਗਿਆਨ ਵਿਗਿਆਨ ਦੀਆਂ ਅਨੇਕ ਲੱਭਤਾਂ ਨੇ ਮਨੁੱਖ ਨੂੰ ਖੁਸ਼ਹਾਲ ਕਰ ਦਿੱਤਾ ਹੈ, ਸਦਾ ਬਹਾਰ ਕਰ ਦਿੱਤਾ ਹੈ, ਉੱਥੇ ਬਹੁਤ ਸਾਰੀਆਂ ਸੱਭਿਆਚਾਰਕ ਕਦਰਾਂ ਕੀਮਤਾਂ ਨੂੰ ਖੋਰਾ ਵੀ ਲਾਇਆ, ਜਿਨ੍ਹਾਂ ਵਿੱਚੋਂ ਤ੍ਰਿੰਝਣ ਇੱਕ ਹੈ। ਅਜੋਕੇ ਸਮੇਂ ਵਿੱਚ ਨਾ ਬਾਲੜੀਆਂ, ਨਾ ਮੁਟਿਆਰਾਂ, ਚਾਹੇ ਉਹ ਵਿਆਹੀਆਂ ਨੇ ਜਾਂ ਕੁਆਰੀਆਂ, ਨਾ ਸੁਆਣੀਆਂ ਤੇ ਨਾ ਹੀ ਵਡੇਰੀ ਉਮਰ ਦੀਆਂ ਔਰਤਾਂ ਕੋਲ ਇੰਨਾ ਵਕਤ ਹੈ ਕਿ ਉਹ ਤ੍ਰਿੰਝਣ ਸਜਾ ਫਬਾ ਸਕਣ। ਲੋਕ ਹੁਣ ਚਿੱਤਰ ਰੂਪਾਂ ਰਾਹੀਂ ਹੀ ਤ੍ਰਿੰਝਣ ਦੇ ਸੀਨ ਦੇਖਣ ਜੋਗੇ ਰਹਿ ਗਏ ਨੇ। ਅੱਜ ਦੀਆਂ ਮੁਟਿਆਰਾਂ ਨੂੰ ਚਰਖੇ ਤੰਦ ਵੀ ਨਹੀਂ ਪਾਉਣੀ ਆਉਂਦੀ, ਪਰ ਇਸ ਵਿੱਚ ਦੋਸ਼ ਉਹਨਾਂ ਦਾ ਵੀ ਨਹੀਂ। ਸਮੁੱਚੀ ਜੀਵਨ ਚਾਲ ਹੀ ਕੁਝ ਇਸੇ ਰੌਂ ਰੁੱਖ ਹੋ ਕੇ ਤੁਰ ਰਹੀਏ, ਪਰ ਫਿਰ ਵੀ ਜ਼ਰੂਰੀ ਬਣਦਾ ਹੈ ਕਿ ਅਸੀਂ ਆਪਣੇ ਅਮੀਰ ਵਿਰਸੇ ਦੀ ਕੁਝ ਤਾਂ ਪਛਾਣ ਬਣਾਈ ਰੱਖੀਏ ਅਤੇ ਤ੍ਰਿੰਝਣ ਨੂੰ ਮਨੋਂ ਨਾ ਵਿਸਾਰੀਏ।